ਕਈ ਲੋਕਾਂ ਦਾ ਕਹਿਣਾ ਕਿ ਵਪਾਰੀ ਤੇ ਕਿਸਾਨ ਨੂੰ ਲੜਾਉਣ ਦੀ ਸਾਜ਼ਿਸ਼ ਹੈ ਕੇਂਦਰ ਸਰਕਾਰ ਦੀ ਕਿ ਟ੍ਰੇਨਾਂ ਬੰਦ ਕਰ ਦਿਓ, ਵਪਾਰੀ ਤੰਗ ਹੋਊਗਾ, ਵਪਾਰੀ ਕਿਸਾਨ ਨਾਲ ਲੜੂਗਾ ਕਿ ਵੀ ਤੇਰੇ ਕਰਕੇ ਮੇਰਾ ਕੰਮ ਬੰਦ ਹੋ ਰਿਹਾ। ਤੁਹਾਡਾ ਇੱਥੇ ਕੀ ਹੈ? ਜਿਹੜੀ ਟ੍ਰੇਨ ਚਲਾਉਣ ਦਾ ਕੋਈ ਹਜੇ ਉਹਨਾਂ ਨੇ ਮਨ ਨਹੀਂ ਬਣਾਇਆ। ਉਹਨਾਂ ਨੇ ਕਿਹਾ ਵੀ ਇੱਕ ਵਾਰੀ ਅਸੀਂ ਇੱਥੇ ਦੰਗੇ ਕਰਾ ਦਈਏ ਕਿਸਾਨਾਂ ਦੇ, ਇੰਡਸਟਰੀਅਲਿਸਟਾਂ ਨਾਲ, ਕਿਸਾਨਾਂ ਦੇ ਵਪਾਰੀਆਂ ਨਾਲ, ਤਾਂ ਕਿ ਉਹ ਦੰਗਿਆਂ ਤੋਂ ਸਰਕਾਰ ਕੋਈ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਕਰਕੇ ਕੋਈ ਲਾਹਾ ਲੈਣਾ ਚਾਹੁੰਦੀ ਆ ਸੈਂਟਰ ਸਰਕਾਰ। ਮੈਂ ਤਾਂ ਸਰਕਾਰ ਨੂੰ ਇੱਕ ਗੱਲ ਕਹਿਣਾ ਕਿ ਜਿਹੜਾ ਸ਼ੇਰ ਆ, ਸ਼ੇਰ ਦਾ ਅਗਰ ਤੁਸੀਂ ਸ਼ਿਕਾਰ ਦੇਖਣਾ ਕਰਦੇ ਹੋਏ ਤਾਂ ਉਹਨੂੰ ਪਿੰਜਰੇ 'ਚ ਬੰਦ ਕਰਕੇ ਨਹੀਂ ਦੇਖਿਆ ਜਾ ਸਕਦਾ। ਕੁਲਾਰ ਸਾਹਿਬ, ਪਹਿਲਾਂ ਕਰੋਨਾ ਦੀ ਮਾਰ, ਫਿਰ ਹੋਰ ਪੰਜਾਬ ਸਰਕਾਰ ਦੀਆਂ ਕੁਝ ਨੀਤੀਆਂ ਤੇ ਹੁਣ ਟ੍ਰੇਨਾਂ ਦੀ ਮਾਰ, ਵਪਾਰੀ ਬਚੂਗਾ ਕਿ ਨਹੀਂ? ਇਸ ਤਰ੍ਹਾਂ ਲੱਗਦਾ ਵਾ ਕਿ ਇੰਡਸਟਰੀ ਲਾਉਣੀ ਔਰ ਵਪਾਰ ਕਰਨਾ ਇਹ ਸਭ ਤੋਂ ਵੱਡਾ ਗੁਨਾਹ ਵਾ। ਪਰ ਕੇਂਦਰ ਹਜੇ ਟ੍ਰੇਨਾਂ ਚਲਾ ਨਹੀਂ ਰਿਹਾ। ਕਿਸਾਨ ਵੀ ਕਹਿੰਦੇ ਪਏ ਨੇ ਕਿ ਅਸੀਂ ਮਾਲ ਗੱਡੀਆਂ ਹੀ ਸਿਰਫ ਚੱਲਣ ਦੇਵਾਂਗੇ, ਮੁਸਾਫਰ ਗੱਡੀਆਂ ਨਹੀਂ। ਕੇਂਦਰ ਕਹਿੰਦਾ ਕਿ ਤੁਸੀਂ ਆਪਣੀ ਲੋੜ ਵਾਸਤੇ ਨਹੀਂ, ਨਾਲ ਮੁਸਾਫਰ ਗੱਡੀਆਂ ਵੀ ਚਲਾਓ, ਪਰ ਪਿਸ ਵਪਾਰੀ ਰਿਹਾ, ਬਣੂਗਾ ਕੀ? ਪੰਜਾਬ ਇੰਨੀ ਬੁਰੀ ਤਰ੍ਹਾਂ ਇਸ ਦੇ ਵਿੱਚ ਪਿਸ ਰਿਹਾ ਵਾ, ਇੰਡਸਟਰੀਅਲਿਸਟ ਵਪਾਰੀ। ਮੈਂ ਗੱਲ ਕਰਾਂ, ਇਸ ਵੇਲੇ ਸੀਜ਼ਨ ਸੀਗਾ, ਸਾਡਾ ਸਭ ਦਾ ਸੀਜ਼ਨ ਸੀਗਾ। ਖਾਸ ਕਰਕੇ ਸੈਂਟਰ ਸਰਕਾਰ ਨੇ ਇਹ ਸਮਾਂ ਇਸ ਕਰਕੇ ਲੱਭਿਆ ਕਿ ਪੰਜਾਬ ਦੇ ਵਪਾਰ ਨੂੰ ਤਬਾਹ ਕਰ ਦਿੱਤਾ ਜਾਵੇ। ਟ੍ਰੇਨਾਂ ਬੰਦ ਹੋਣ ਨਾਲ ਜਿਹੜਾ ਮਾਲ ਆ ਉਹ ਕੁਝ ਸੜਕ ਰਾਹੀਂ ਆ ਰਿਹਾ ਵਾ, ਉਹਦੀ ਕਾਸਟ ਇੰਨੀ ਵੱਧ ਪੈ ਰਹੀ ਆ ਕਿ ਜਿਹੜਾ ਫਰੇਟ ਕਾਸਟ ਆ ਉਹ ਸਾਨੂੰ ਘੱਟ ਤੋਂ ਘੱਟ 1000 ਤੋਂ 1500 ਰੁਪਈਆ ਜਿਹੜੇ ਰਾ ਮਟੀਰੀਅਲ ਪ੍ਰੋਡਿਊਸਰਸ ਆ ਉਹਨਾਂ ਨੇ ਵਧਾ ਦਿੱਤਾ ਗਿਆ ਵਾ। ਇਸ ਵੇਲੇ ਪੈਸਾ ਕਮਾਉਣ ਵਾਲਾ ਕੰਮ ਜਿਹੜਾ ਵਾ ਉਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਬੁਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਵਾ। ਅੱਜ ਹੌਜ਼ਰੀ ਦੇ ਵਿੱਚ ਪੰਜਾਬ ਦਾ ਨਾਮ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ। ਛੋਟੇ ਛੋਟੇ ਪਾਰਸਲ ਆ ਜਿਹੜੇ ਟ੍ਰੇਨਸ ਦੇ ਉੱਤੇ ਅੱਜ ਇੱਥੋਂ ਦਿੱਤਾ, ਸ਼ਾਮ ਤੱਕ ਡੈਸਟੀਨੇਸ਼ਨ ਦੇ ਉੱਤੇ ਡਿਲੀਵਰ ਹੋ ਜਾਂਦਾ ਸੀ, ਪਰ ਉਹ ਸਾਰੇ ਪਾਰਸਲ ਉਸ ਤਰ੍ਹਾਂ ਹੀ ਰੁਕ ਗਏ। ਜਿਹੜੇ ਐਕਸਪੋਰਟ ਦੇ ਬਾਇਰ ਸੀ, ਸਾਡੇ ਫੋਰਨ ਬਾਇਰ, ਉਹਨਾਂ ਨੇ ਸਾਡੇ ਪੰਜਾਬੀਆਂ ਤੇ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹਨਾਂ ਤੇ ਵਿਸ਼ਵਾਸ ਨਹੀਂ, ਕਿਉਂਕਿ ਉਹਨਾਂ ਨੇ ਵੀ ਅੱਗੇ ਆਰਡਰ ਫੜੇ ਹੋਏ ਸੀਗੇ ਜਿਹੜੇ ਸ਼ਾਪਸ ਦੇ ਉੱਤੇ ਮਾਲ ਜਾਣਾ ਸੀਗਾ, ਤੇ ਉਹ ਅੱਜ ਕੁਐਸਚਨ ਮਾਰਕ ਲੱਗ ਗਿਆ ਵਾ ਪੰਜਾਬ ਦੇ ਵਪਾਰੀ ਦੇ ਉੱਤੇ ਕਿ ਉਹ ਕਿਸ ਤਰ੍ਹਾਂ ਅੱਗੇ ਸਰਵਾਈਵ ਕਰੂਗਾ। ਕਰੀਬ 40 ਦਿਨ ਤੋਂ ਵੱਧ ਹੋ ਗਿਆ ਪੰਜਾਬ ਦੇ ਵਿੱਚ ਰੇਲ ਸੇਵਾਵਾਂ ਠੱਪ ਪਈਆਂ ਨੇ, ਨਾ ਮਾਲ ਗੱਡੀਆਂ ਆ ਰਹੀਆਂ ਨੇ, ਨਾ ਮੁਸਾਫਰ ਗੱਡੀਆਂ ਆ ਰਹੀਆਂ ਨੇ। ਕਿਸਾਨ ਅੰਦੋਲਨ ਕਰਕੇ ਕਿਸਾਨ ਰੇਲਵੇ ਟਰੈਕਾਂ ਤੇ ਬੈਠੇ ਹੋਏ ਸੀਗੇ, ਪਰ ਹੁਣ ਜਿਹੜਾ ਵਪਾਰੀਆਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਨਾ ਮਾਲ ਜਾ ਰਿਹਾ, ਨਾ ਰॉ ਮਟੀਰੀਅਲ ਪੰਜਾਬ ਦੇ ਵਿੱਚ ਆ ਰਿਹਾ। ਹੌਜ਼ਰੀ ਲੁਧਿਆਣਾ ਦਾ ਸਭ ਤੋਂ ਵੱਡਾ ਮਾਰਕੀਟ ਹੈ, ਹੌਜ਼ਰੀ ਦੀ ਵੱਡੀਆਂ ਵੱਡੀਆਂ ਫੈਕਟਰੀਆਂ ਨੇ। ਹੌਜ਼ਰੀ ਵਾਲਿਆਂ ਨੂੰ ਵੀ ਬੇਹੱਦ ਨੁਕਸਾਨ ਹੋ ਰਿਹਾ ਕਿਉਂਕਿ ਟ੍ਰੇਨਾਂ ਦੇ ਵਿੱਚ ਉਹਨਾਂ ਦਾ ਮਾਲ ਜਾਣਾ ਹੁੰਦਾ, ਇਹੀ ਸੀਜ਼ਨ ਹੁੰਦਾ ਹੌਜ਼ਰੀ ਵਾਲਿਆਂ ਦਾ ਵੀ। ਪਰ ਟ੍ਰੇਨਾਂ ਚੱਲਣ ਦੇ ਹਜੇ ਕੋਈ ਅਸਾਰ ਨਹੀਂ ਦਿਖ ਰਹੇ ਕਿਉਂਕਿ ਨਾ ਕਿਸਾਨ ਮੰਨਣ ਨੂੰ ਤਿਆਰ ਹੈ, ਤੇ ਕੇਂਦਰ ਸਰਕਾਰ ਵੀ ਕਹਿ ਰਹੀ ਹੈ ਕਿ ਜਦ ਤੱਕ ਸਾਨੂੰ ਐਸ਼ੋਰੈਂਸ ਨਹੀਂ ਮਿਲਦੀ ਕਿ ਅਸੀਂ ਸਾਡੀਆਂ ਟ੍ਰੇਨਾਂ ਸੇਫ ਨੇ ਪੰਜਾਬ ਦੇ ਵਿੱਚ, ਅਸੀਂ ਉਨੀ ਦੇਰ ਤੱਕ ਰੇਲ ਗੱਡੀਆਂ ਨਹੀਂ ਚਲਾਉਣੀਆਂ। ਪਰ ਇਸ ਦੇ ਵਿੱਚ ਵਪਾਰੀ ਪਿਸ ਰਿਹਾ। ਵਪਾਰੀ ਜਿਹਦਾ ਪਹਿਲਾਂ ਨੁਕਸਾਨ ਹੋਇਆ ਬਹੁਤ ਜ਼ਿਆਦਾ ਕਰੋਨਾ ਕਾਲ ਦੇ ਵਿੱਚ, ਹੁਣ ਟ੍ਰੇਨਾਂ ਕਰਕੇ ਉਹਦਾ ਨੁਕਸਾਨ ਹੋ ਰਿਹਾ। ਇਸ ਦੀ ਸਾਰੀ ਗੱਲਬਾਤ ਕਰਨ ਲਈ ਕਿ ਵਪਾਰੀਆਂ ਦੇ ਇਸ ਸਮੇਂ ਕੀ ਹਾਲ ਹੈ, ਸਾਡੇ ਨਾਲ ਸਨਅਤਕਾਰ ਗੁਰਮੀਤ ਸਿੰਘ ਕੁਲਾਰ ਮੌਜੂਦ ਨੇ। ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਕੁਲਾਰ ਸਾਹਿਬ, ਪਹਿਲਾਂ ਕਰੋਨਾ ਦੀ ਮਾਰ, ਫਿਰ ਹੋਰ ਪੰਜਾਬ ਸਰਕਾਰ ਦੀਆਂ ਕੁਝ ਨੀਤੀਆਂ ਤੇ ਹੁਣ ਟ੍ਰੇਨਾਂ ਦੀ ਮਾਰ, ਵਪਾਰੀ ਬਚੂਗਾ ਕਿ ਨਹੀਂ? ਇਸ ਤਰ੍ਹਾਂ ਲੱਗਦਾ ਵਾ ਕਿ ਇੰਡਸਟਰੀ ਲਾਉਣੀ ਔਰ ਵਪਾਰ ਕਰਨਾ ਇਹ ਸਭ ਤੋਂ ਵੱਡਾ ਗੁਨਾਹ ਵਾ। ਕਿਉਂਕਿ ਇੱਕ ਵਪਾਰੀ ਔਰ ਇੱਕ ਇੰਡਸਟਰੀਅਲਿਸਟ ਸਰਕਾਰ ਤੋਂ ਕੁਝ ਲੈਂਦਾ ਨਹੀਂ, ਸਰਕਾਰ ਨੂੰ ਕੁਝ ਦਿੰਦਾ ਹੀ ਆ ਟੈਕਸਾਂ ਦੇ ਰੂਪ ਦੇ ਵਿੱਚ। CGST ਗੱਲ ਕਰੀਏ ਔਰ SGST ਦੀ ਗੱਲ ਕਰੀਏ, ਪ੍ਰੋਪਰਟੀ ਟੈਕਸ ਦੀ ਗੱਲ ਕਰੀਏ, ਪਰ ਜੋ ਇਸ ਵੇਲੇ ਪੰਜਾਬ ਦੇ ਵਪਾਰੀ ਦਾ ਹਸ਼ਰ ਹੋਇਆ ਵਾ ਕਿ ਉਸ ਨੂੰ ਅਕੈਰੀ ਮਾਰ ਨਹੀਂ, ਉਸ ਨੂੰ ਦੋਹਰੀ ਮਾਰ ਪਈ ਆ। ਇੱਕ ਤਾਂ ਰॉ ਮਟੀਰੀਅਲ ਦੇ ਪ੍ਰਾਈਸਿਸ ਅਸਮਾਨ ਨੂੰ ਛੂਹ ਗਏ। ਕਿੱਥੇ ਜਿਹੜਾ ਲੋਹਾ 42 ਰੁਪਏ ਕਿਲੋ ਲੈਂਦੇ ਸੀ, ਅੱਜ 58 ਰੁਪਏ ਕਿਲੋ ਲੋਹਾ ਖਰੀਦਣਾ ਪੈ ਰਿਹਾ ਵਾ। ਉਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਚੀਜ਼ ਸੀ ਕਿ ਰॉ ਮਟੀਰੀਅਲ ਦੀ ਅਵੇਲੇਬਿਲਿਟੀ ਉਹ ਨਹੀਂ ਹੈਗੀ। ਟ੍ਰੇਨਾਂ 'ਤੇ ਗੱਲ ਕਰੀਏ, ਸਾਡੇ ਲੁਧਿਆਣੇ ਦੇ ਵਿੱਚ 5 ਵੱਡੇ ਲਾਰਜ ਸਕੇਲ ਯੂਨਿਟ ਸੀ ਜਿਹੜੇ ਲੁਧਿਆਣੇ ਨੂੰ ਰॉ ਮਟੀਰੀਅਲ ਫੀਡ ਕਰਦੇ ਸੀ, ਜਿਨ੍ਹਾਂ 'ਚੋਂ ਆਰਤੀ ਸਟੀਲ, ਐਵਰੀ ਸਟੀਲ, ਹੀਰੋ ਸਟੀਲ, A1 ਇਸਪਾਤ,
ਇਹ ਵੱਡੀਆਂ ਕੰਪਨੀਆਂ ਸੀ ਜਿਹੜੀਆਂ ਸੈਕੰਡਰੀ ਪ੍ਰੋਡਕਟ ਬਣਾ ਕੇ, ਚਾਹੇ ਸ਼ੀਟ ਦੀ ਗੱਲ ਕਰੀਏ, HR ਕੋਇਲ ਦੀ ਗੱਲ ਕਰੀਏ, ਸੀਅਰ ਸਟ੍ਰਿਪ ਦੀ ਗੱਲ ਕਰੀਏ, ਇਹ ਕੰਪਨੀਆਂ ਬਣਾਉਂਦੀਆਂ ਸੀ। ਪਰ ਜਦੋਂ ਇਹਨਾਂ ਨੂੰ ਗੱਡੀਆਂ ਤੇ ਮਾਲ ਹੀ ਨਹੀਂ ਆਇਆ, ਹਰ ਇੱਕ ਕੋਲੇ ਕਿੰਨੇ ਦਿਨ ਦਾ ਰਾ ਮਟੀਰੀਅਲ ਹੁੰਦਾ, 10 ਦਿਨ ਦਾ, 15 ਦਿਨ ਦਾ, ਤੇ ਇਹ ਫੈਕਟਰੀਆਂ ਬੁਰੀ ਤਰ੍ਹਾਂ ਲੜਖੜਾ ਗਈਆਂ, ਬੰਦ ਹੋ ਗਈਆਂ। ਤੇ ਜਿਹੜੇ ਸੈਕੰਡਰੀ ਪ੍ਰੋਡਕਟ ਬਣਾਉਂਦੇ ਸੀ, ਲੁਧਿਆਣਾ ਦੁਨੀਆ ਦਾ, ਭਾਰਤ ਸਭ ਤੋਂ ਵੱਧ ਸਾਈਕਲ ਬਣਾਉਣ ਵਾਲਾ ਦੇਸ਼ ਆ। ਇੱਕ ਪਾਈਪ ਬਣਦਾ, ਉਹ ਵੀ ਸਟੀਲ 'ਚੋਂ ਬਣਦਾ ਸੀ, ਲੇਕਿਨ ਉਹ ਸਾਰਾ ਕੁਝ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਅੱਜ ਫੈਕਟਰੀਆਂ ਸਿਰਫ ਤੇ ਸਿਰਫ ਮੈਂ ਕਹਿ ਸਕਦਾ ਵਾ ਕਿ 15 ਤੋਂ 20% ਚੱਲ ਰਹੀਆਂ ਨੇ। ਜਿਹੜੀਆਂ ਫੈਕਟਰੀਆਂ 24 ਘੰਟੇ ਚੱਲਦੀਆਂ ਸੀ, ਉਹ 15% ਚੱਲ ਰਹੀਆਂ ਨੇ, ਔਰ 15% ਦੇ ਨਾਲ ਉਹਨਾਂ ਨੂੰ ਲੇਬਰ ਕਾਸਟ, ਬਿਜਲੀ ਦੀ ਕਾਸਟ, ਔਰ ਜਿਹੜੇ ਰੈਕਰਿੰਗ ਕਾਸਟ ਸੀਗੀ, ਉਹ ਉਨੀ ਹੀ ਪੈ ਰਹੀ ਆ ਜਿੰਨੀ ਉਹਨਾਂ ਨੂੰ 100% ਪ੍ਰੋਡਕਸ਼ਨ ਤੇ ਸੀ। ਪਲੱਸ ਬਣੂਗਾ ਕੀ, ਕਿਉਂਕਿ ਕੇਂਦਰ ਵੱਲੋਂ ਹਜੇ ਕੋਈ ਅਸਾਰ ਨਹੀਂ ਦਿਖ ਰਹੇ ਕਿ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਕਿ ਨਹੀਂ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇੰਸ਼ੋਰੈਂਸ ਲਿਖਤੀ ਰੂਪ ਦੇ ਵਿੱਚ ਦਿੱਤੀ ਹੈ ਕਿ ਅਸੀਂ ਦੇਖਭਾਲ ਕਰਾਂਗੇ ਕਿ ਟ੍ਰੇਨਾਂ ਨੂੰ ਕੋਈ ਨਾ ਹੋਵੇ, ਪਰ ਕੇਂਦਰ ਹਜੇ ਟ੍ਰੇਨਾਂ ਚਲਾ ਨਹੀਂ ਰਿਹਾ। ਕਿਸਾਨ ਵੀ ਕਹਿੰਦੇ ਪਏ ਨੇ ਕਿ ਅਸੀਂ ਮਾਲ ਗੱਡੀਆਂ ਹੀ ਸਿਰਫ ਚੱਲਣ ਦੇਵਾਂਗੇ, ਮੁਸਾਫਰ ਗੱਡੀਆਂ ਨਹੀਂ। ਕੇਂਦਰ ਕਹਿੰਦਾ ਕਿ ਤੁਸੀਂ ਆਪਣੀ ਲੋੜ ਵਾਸਤੇ ਨਹੀਂ, ਨਾਲ ਮੁਸਾਫਰ ਗੱਡੀਆਂ ਵੀ ਚਲਾਓ, ਪਰ ਪਿਸ ਵਪਾਰੀ ਰਿਹਾ। ਬਣੂਗਾ ਕੀ? ਦੇਖੋ, ਜਿਹੜੀਆਂ ਮਾਲ ਗੱਡੀਆਂ ਸੀਗੀਆਂ, ਉਹ ਲੁਧਿਆਣਾ ਔਰ ਪੰਜਾਬ, ਇਹ ਭਾਰਤ ਦੇ ਨਕਸ਼ੇ ਦੇ ਵਿੱਚ ਇੱਕ ਬਿਲਕੁਲ ਲੈਂਡ ਲੋਕਡ ਸਟੇਟ ਆ। ਸਾਰਾ ਮਾਲ ਸਾਨੂੰ ਬਾਹਰੋਂ ਆਉਂਦਾ ਵਾ, ਰਾ ਮਟੀਰੀਅਲ, ਤੇ ਬਣ ਕੇ ਬਾਹਰ ਜਾਂਦਾ ਵਾ। ਤੇ ਪੰਜਾਬ ਦਾ ਤਾਂ ਗੁਜ਼ਾਰਾ ਹੀ ਨਹੀਂ ਹੈਗਾ। ਪੰਜਾਬ ਇੰਨੀ ਬੁਰੀ ਤਰ੍ਹਾਂ ਇਸ ਦੇ ਵਿੱਚ ਪਿਸ ਰਿਹਾ ਵਾ। ਇੰਡਸਟਰੀਅਲਿਸਟ ਵਪਾਰੀ, ਮੈਂ ਗੱਲ ਕਰਾਂ, ਇਸ ਵੇਲੇ ਸੀਜ਼ਨ ਸੀਗਾ, ਸਾਡਾ ਸਭ ਦਾ ਸੀਜ਼ਨ ਸੀਗਾ। ਖਾਸ ਕਰਕੇ ਸੈਂਟਰ ਸਰਕਾਰ ਨੇ ਇਹ ਸਮਾਂ ਇਸ ਕਰਕੇ ਲੱਭਿਆ ਕਿ ਪੰਜਾਬ ਦੇ ਵਪਾਰ ਨੂੰ ਤਬਾਹ ਕਰ ਦਿੱਤਾ ਜਾਵੇ। ਅੱਜ ਹੌਜ਼ਰੀ ਦੇ ਵਿੱਚ ਪੰਜਾਬ ਦਾ ਨਾਮ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ। ਛੋਟੇ ਛੋਟੇ ਪਾਰਸਲ ਆ ਜਿਹੜੇ ਟ੍ਰੇਨਸ ਦੇ ਉੱਤੇ ਅੱਜ ਇੱਥੋਂ ਦਿੱਤਾ, ਸ਼ਾਮ ਤੱਕ ਡੈਸਟੀਨੇਸ਼ਨ ਦੇ ਉੱਤੇ ਡਿਲੀਵਰ ਹੋ ਜਾਂਦਾ ਸੀ, ਪਰ ਉਹ ਸਾਰੇ ਪਾਰਸਲ ਉਸ ਤਰ੍ਹਾਂ ਹੀ ਰੁਕ ਗਏ, ਜਿਹਦੇ ਨਾਲ ਰੁਕਣ ਦੇ ਨਾਲ ਜਿਹੜੇ ਇੰਡੀਆ ਦੀ ਤਾਂ ਗੱਲ ਸੀ, ਜਿਹੜੇ ਬਾਹਰਲੇ ਆਰਡਰ ਸੀਗੇ ਐਕਸਪੋਰਟ ਦੇ, ਜਿਹੜੇ ਐਕਸਪੋਰਟ ਦੇ ਬਾਇਰ ਸੀ ਸਾਡੇ ਫੋਰਨ ਬਾਇਰ, ਉਹਨਾਂ ਨੇ ਸਾਡੇ ਪੰਜਾਬੀਆਂ 'ਤੇ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹਨਾਂ 'ਤੇ ਵਿਸ਼ਵਾਸ ਨਹੀਂ, ਕਿਉਂਕਿ ਉਹਨਾਂ ਨੇ ਵੀ ਅੱਗੇ ਆਰਡਰ ਫੜੇ ਹੋਏ ਸੀਗੇ ਜਿਹੜੇ ਸ਼ਾਪਸ ਦੇ ਉੱਤੇ ਮਾਲ ਜਾਣਾ ਸੀਗਾ, ਤੇ ਉਹ ਅੱਜ ਕੁਐਸਚਨ ਮਾਰਕ ਲੱਗ ਗਿਆ ਵਾ ਪੰਜਾਬ ਦੇ ਵਪਾਰੀ ਦੇ ਉੱਤੇ ਕਿ ਉਹ ਕਿਸ ਤਰ੍ਹਾਂ ਅੱਗੇ ਸਰਵਾਈਵ ਕਰੂਗਾ, ਕਿਉਂਕਿ ਇਹੀ ਤਾਂ ਸੀਜ਼ਨ ਸੀਗਾ। ਜੇ ਮਾਲ ਹੁਣ ਨਾ ਵਿਕਿਆ, ਅੱਗੇ ਗਰਮੀ ਆਉਣੀ ਆ, ਤੇ ਗਰਮੀਆਂ ਦੇ ਵਿੱਚ ਤਾਂ ਮਾਲ ਲੱਗਣਾ ਨਹੀਂ, ਕਿਉਂਕਿ ਵਿੰਟਰ ਦਾ ਮਾਲ ਬਣਾਇਆ ਹੋਇਆ ਸੀ, ਤੇ ਇਹ ਮਾਲ 1 ਸਾਲ ਪਿਆ ਰਹੇਗਾ। ਤੇ ਜੇ 1 ਸਾਲ ਪਿਆ ਰਹਿ ਗਿਆ, ਉਹਦਾ ਨਾ ਤਾਂ ਉਹ ਮੁੱਲ ਮਿਲਣਾ, ਨਾ ਉਹਦੀ ਉਹ ਕੁਆਲਿਟੀ ਰਹਿਣੀ ਆ, ਜਿਹਦੇ ਕਰਕੇ ਵਪਾਰੀ ਨੂੰ ਬਹੁਤ ਵੱਡੀ ਮਾਰ, ਜਿਹਨੂੰ ਮੈਂ ਕਿਹਾ ਦੋਹਰੀ ਮਾਲ, ਝੱਲਣੀ ਪੈਣੀ ਆ ਇਸ ਜਿਹੜਾ ਕ੍ਰਾਈਸਿਸ ਫਾਰਮਰ ਐਜੀਟੇਸ਼ਨ ਦੇ ਲਈ। ਕਈ ਲੋਕਾਂ ਦਾ ਕਹਿਣਾ ਕਿ ਵਪਾਰੀ ਤੇ ਕਿਸਾਨ ਨੂੰ ਲੜਾਉਣ ਦੀ ਸਾਜ਼ਿਸ਼ ਆ ਕੇਂਦਰ ਸਰਕਾਰ ਦੀ ਕਿ ਟ੍ਰੇਨਾਂ ਬੰਦ ਕਰ ਦਿਓ, ਵਪਾਰੀ ਤੰਗ ਹੋਊਗਾ, ਵਪਾਰੀ ਕਿਸਾਨ ਨਾਲ ਲੜੂਗਾ ਕਿ ਵੀ ਤੇਰੇ ਕਰਕੇ ਮੇਰਾ ਕੰਮ ਬੰਦ ਹੋ ਰਿਹਾ। ਤੁਹਾਡਾ ਇੱਥੇ ਕੀ ਹੈ? ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਇਹ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਵਾ। ਕਿਉਂ? ਕਿਉਂਕਿ ਹਰ ਕੋਈ ਬੰਦਾ ਆਪਣੀ ਰੋਟੀ ਤਾਂ ਖਾਣੀ ਚਾਹੁੰਦਾ ਵਾ, ਤੇ ਜੇਕਰ ਸਾਨੂੰ ਮਟੀਰੀਅਲ ਨਹੀਂ ਮਿਲੇਗਾ ਤਾਂ ਕਿਸਾਨ ਤਾਂ ਰੇਲ ਪਟੜੀਆਂ ਤੇ ਬੈਠੇ ਹੀ ਆ, ਇੰਡਸਟਰੀਅਲਿਸਟ ਵੀ ਆ ਕੇ ਬਹਿ ਜਾਣਗੇ ਰੇਲ ਪਟੜੀਆਂ ਤੇ। ਉਹਨਾਂ ਨੂੰ ਉਹ ਬਹਿਣਾ ਨਹੀਂ ਚਾਹੁੰਦੇ, ਉਹਨਾਂ ਨੂੰ ਮਜਬੂਰਨ ਬਹਿਣਾ ਪੈਣਾ। ਲੇਬਰ ਜਿਹੜੀ ਇੱਕ ਫੈਕਟਰੀ 200 500 1000 ਬੰਦਾ ਜਿਹਨੂੰ ਰੁਜ਼ਗਾਰ ਦਿੱਤਾ ਹੋਇਆ ਵਾ, ਉਹਨਾਂ ਦੇ ਪਰਿਵਾਰ ਦੇਖੋ। ਅਗਰ ਕਿਸੇ ਫੈਕਟਰੀ 'ਚ 100 ਬੰਦਾ ਕੰਮ ਕਰਦਾ, ਉਹ 100 ਬੰਦਾ ਨਹੀਂ, ਉਹ 100 ਪਰਿਵਾਰ ਜੁੜਿਆ ਹੋਇਆ, ਤੇ ਉਹ ਵੀ ਮਜਬੂਰਨ ਸੜਕਾਂ ਦੇ ਉੱਤੇ ਆਏਗਾ, ਐਜੀਟੇਸ਼ਨਸ ਹੋਣਗੇ। ਪਰ ਸਰਕਾਰਾਂ ਦੋਨੇ, ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਜਾਂ ਭਾਰਤ ਸਰਕਾਰ ਦੀ, ਦੋਨਾਂ ਨੇ ਇਸ ਗੱਲ ਤੋਂ ਅਵੇਸਲਾਪਣ ਕੀਤਾ ਹੋਇਆ ਵਾ। ਕਿਸੇ ਦੇ ਕੋਲ ਕੋਈ ਇੰਟਰਸਟ ਨਹੀਂ ਹੈਗਾ ਕਿ ਅਸੀਂ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਹੱਲ ਕਰਕੇ ਦਈਏ, ਤਾਂ ਕਿ ਜਿਹੜਾ ਪੰਜਾਬ ਦਾ ਵਪਾਰੀ ਆ ਤੇ ਪੰਜਾਬ ਦਾ ਜਿਹੜਾ ਇੰਡਸਟਰੀਅਲਿਸਟ ਆ, ਉਹ ਇਸ ਤੋਂ ਉੱਭਰ ਸਕੇ। ਕਿਉਂਕਿ ਪਹਿਲਾਂ ਹੀ ਸਾਨੂੰ ਬਹੁਤ ਵੱਡੀਆਂ ਮਾਰਾਂ ਪਈਆਂ। ਲੈਂਡ ਲੋਕਡ ਸਟੇਟ ਆ, ਗੁਆਂਢੀ ਸੂਬਿਆਂ ਨੂੰ ਇੰਨੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ। ਮੈਂ ਤਾਂ ਸਰਕਾਰ ਨੂੰ ਇੱਕ ਗੱਲ ਕਹਿਣਾ ਕਿ ਜਿਹੜਾ ਸ਼ੇਰ ਆ, ਸ਼ੇਰ ਦਾ ਅਗਰ ਤੁਸੀਂ ਸ਼ਿਕਾਰ ਦੇਖਣਾ ਕਰਦੇ ਹੋਏ ਤਾਂ ਉਹਨੂੰ ਪਿੰਜਰੇ 'ਚ ਬੰਦ ਕਰਕੇ ਨਹੀਂ ਦੇਖਿਆ ਜਾ ਸਕਦਾ। ਅੱਜ ਕੇਂਦਰ ਸਰਕਾਰ ਨੇ ਪੰਜਾਬ ਨੂੰ ਪਿੰਜਰੇ 'ਚ ਬੰਦ ਕੀਤਾ ਹੋਇਆ, ਪਿੰਜਰੇ 'ਚ ਬੰਦ ਕਰਕੇ ਉਹਨੂੰ ਕਹਿੰਦੇ ਆ ਸ਼ਿਕਾਰ ਕਰ, ਤੇ ਨਾ ਹੀ ਉਹਦੇ ਅੱਗੇ ਕੋਈ ਸ਼ਿਕਾਰੀ ਆ। ਸੋ ਮੈਂ ਇਸ ਗੱਲ ਕਰਕੇ ਕਰ ਰਿਹਾ, ਪੰਜਾਬ ਦੇ ਨਾਲ ਬਹੁਤ ਵੱਡਾ
ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਵਾ ਔਰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਪੰਜਾਬ ਇਹਦੇ ਵਿੱਚੋਂ ਉੱਭਰ ਵੀ ਨਾ ਪਾਵੇ। ਕੋਈ ਅਸਾਰ ਲੱਗਦੇ ਆ ਕਿ ਆਉਣ ਵਾਲੇ ਕੁਝ ਦਿਨਾਂ 'ਚ ਟ੍ਰੇਨਾਂ ਚੱਲਣਗੀਆਂ ਕਿ ਨਹੀਂ, ਕਿਉਂਕਿ ਪੰਜਾਬ ਸਰਕਾਰ ਨੇ ਤਾਂ ਅਸ਼ੋਰੈਂਸ ਦੇਤੀ ਕਿ ਅਸੀਂ ਤਿਆਰ ਹਾਂ, ਤੁਸੀਂ ਚਲਾਓ, ਪਰ ਕੇਂਦਰ ਨਹੀਂ ਦੇ। ਕੇਂਦਰ ਸਰਕਾਰ ਦਾ ਜਿਹੜੀ ਟ੍ਰੇਨਸ ਚਲਾਉਣ ਦਾ ਕੋਈ ਹਜੇ ਉਹਨਾਂ ਨੇ ਮਨ ਨਹੀਂ ਬਣਾਇਆ। ਉਹਨਾਂ ਨੇ ਕਿਹਾ ਵੀ ਇੱਕ ਵਾਰੀ ਅਸੀਂ ਇੱਥੇ ਦੰਗੇ ਕਰਾ ਦਈਏ ਕਿਸਾਨਾਂ ਦੇ, ਇੰਡਸਟਰੀਲਿਸਟਾਂ ਨਾਲ, ਕਿਸਾਨਾਂ ਦੇ ਵਪਾਰੀਆਂ ਨਾਲ, ਤਾਂ ਕਿ ਉਹ ਦੰਗਿਆਂ ਤੋਂ ਸਰਕਾਰ ਕੋਈ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਕਰਕੇ ਕੋਈ ਲਾਹਾ ਲੈਣਾ ਚਾਹੁੰਦੀ ਆ ਸੈਂਟਰ ਸਰਕਾਰ। ਅੱਜ ਤੁਸੀਂ ਦੇਖੋ ਇਹ ਜਿਹੜੀ ਸੈਂਟਰ ਸਰਕਾਰ ਨੇ ਕੀ ਕੁਛ ਕੀਤਾ, ਜਿਹੜੀ ਏਅਰਪੋਰਟ ਤੱਕ ਵੇਚਤੇ ਆ, ਏਅਰਪੋਰਟ ਤੱਕ ਵੇਚਤੇ ਆ। ਇਹਦਾ ਮਤਲਬ ਸਰਕਾਰ ਆਪਣੇ ਆਪ ਦੇ ਵਿੱਚ ਇਹ ਸਵਾਲੀਆ ਨਿਸ਼ਾਨ ਲਾ ਰਹੀ ਆ ਔਰ ਆਪਣੇ ਆਪ ਦੇ ਵਿੱਚ ਲੋਕਾਂ ਨੂੰ ਦੱਸ ਰਹੀ ਆ ਕਿ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੀਆਂ, ਨਹੀਂ ਤਾਂ ਜਿਹੜੇ ਏਅਰਪੋਰਟ ਆ ਜਿੰਨੇ ਵੀ ਉਹ ਸਾਰੇ ਸਰਕਾਰਾਂ ਦੇ ਆ, ਉੱਥੋਂ ਸਰਕਾਰਾਂ ਨੂੰ ਰੈਵਨਿਊ ਆਉਂਦਾ। ਇੱਥੇ 4 ਏਅਰਪੋਰਟ ਅਡਾਨੀ ਗਰੁੱਪ ਨੂੰ ਦੇ ਦਿੱਤੇ ਗਏ ਆ, ਜਿਹੜਾ ਕਿ ਇੱਕ ਸਰਕਾਰ ਸ਼ੱਕ ਦੇ ਘੇਰੇ ਦੇ ਵਿੱਚ ਆ ਰਹੀ ਹੈ। ਰॉ ਮਟੀਰੀਅਲ ਪਹਿਲਾਂ ਨਹੀਂ ਆ ਰਿਹਾ, ਮਾਲ ਗੱਡੀਆਂ ਬੰਦ ਨੇ, ਕੋਲਾ ਨਹੀਂ ਆ ਰਿਹਾ, ਬਿਜਲੀ ਸੰਕਟ ਵੱਲ ਪੰਜਾਬ ਵੱਧ ਰਿਹਾ। ਰॉ ਮਟੀਰੀਅਲ ਫੈਕਟਰੀਆਂ 'ਚ ਖਤਮ ਹੋ ਗਿਆ ਤੇ ਬਿਜਲੀ ਸੰਕਟ ਵੀ ਆ ਗਿਆ, ਫੈਕਟਰੀਆਂ 'ਚ ਬਚਿਆ ਕੀ? ਫੈਕਟਰੀਆਂ ਦੇ ਵਿੱਚ ਕੁਝ ਨਹੀਂ ਬਚਿਆ ਇਸ ਵੇਲੇ ਤਾਂ। ਫੈਕਟਰੀਆਂ ਤੁਹਾਨੂੰ ਇਹ ਗੱਲ ਕਰ ਰਹੇ ਆ ਕਿ ਲੋਕਾਂ ਨੇ ਇਹ ਦੀਵਾਲੀ ਦਾ ਟਾਈਮ ਸਮਝ ਕੇ ਕਿ ਇਸ ਵੇਲੇ ਸਾਡਾ ਫੁੱਲ ਸੀਜ਼ਨ ਹੁੰਦਾ ਸੀਗਾ, ਰॉ ਮਟੀਰੀਅਲ ਨਹੀਂ, ਲੋਕ ਸਭ ਆਪਣੀਆਂ ਫੈਕਟਰੀਆਂ ਬੰਦ ਕਰੀ ਬੈਠੇ ਨੇ, ਸਿਰਫ ਵੇਟ ਕਰ ਰਹੇ ਨੇ ਕਿ ਸੈਂਟਰ ਸਰਕਾਰ ਔਰ ਸਟੇਟ ਗਵਰਨਮੈਂਟ ਕੋਆਰਡੀਨੇਸ਼ਨ ਕਰਕੇ ਇਸ ਐਜੀਟੇਸ਼ਨ ਨੂੰ ਖਤਮ ਕਰਾਇਆ ਜਾਵੇ ਤੇ ਤਾਂ ਕਿ ਜਿਹੜਾ ਕੰਮ ਆ ਉਹ ਫਿਰ ਤੋਂ ਸ਼ੁਰੂ ਹੋਵੇ। ਟ੍ਰੇਨਾਂ ਬੰਦ ਹੋਣ ਨਾਲ ਜਿਹੜਾ ਮਾਲ ਆ ਉਹ ਕੁਝ ਸੜਕ ਰਾਹੀਂ ਆ ਰਿਹਾ ਵਾ, ਉਹਦੀ ਕਾਸਟ ਇੰਨੀ ਵੱਧ ਪੈ ਰਹੀ ਆ ਕਿ ਜਿਹੜਾ ਫਰੇਟ ਕਾਸਟ ਆ ਉਹ ਸਾਨੂੰ ਘੱਟ ਤੋਂ ਘੱਟ 1000 ਤੋਂ 1500 ਰੁਪਈਆ ਜਿਹੜੇ ਰॉ ਮਟੀਰੀਅਲ ਪ੍ਰੋਡਿਊਸਰਸ ਆ ਉਹਨਾਂ ਨੇ ਵਧਾ ਦਿੱਤਾ ਗਿਆ ਵਾ। ਲੇਕਿਨ ਜਿਹੜੇ ਅਸੀਂ ਅੱਗੇ ਆਰਡਰ ਲਏ ਸੀ ਉਹ ਪੁਰਾਣੇ ਰੇਟ ਦੇ ਆ, ਸਾਨੂੰ ਵੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ, ਜਿਹੜੀ ਕਿ ਮਤਲਬ ਇਸ ਵੇਲੇ ਕਮਾਉਣ ਲਈ ਨਹੀਂ, ਆਪਣੀ ਇੱਜ਼ਤ ਬਚਾਉਣ ਲਈ ਔਰ ਆਪਣਾ ਜਿਹੜਾ ਪ੍ਰੋਮਿਸ ਕੀਤਾ ਵਾ ਉਹਨੂੰ ਓਨਰ ਕਰਨ ਲਈ ਕੰਮ ਕਰ ਰਹੇ ਆ। ਇਸ ਵੇਲੇ ਪੈਸਾ ਕਮਾਉਣ ਵਾਲਾ ਕੰਮ ਜਿਹੜਾ ਵਾ ਉਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਬੁਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਵਾ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਨਾਲ ਸਾਡੇ ਨਾਲ ਗੁਰਮੀਤ ਸਿੰਘ ਕੁਲਾਰ ਜੀ। ਤਾਂ ਇਹਨਾਂ ਦੇ ਮੁਤਾਬਕ ਹੁਣ ਐਤਕੀ ਦੀਵਾਲੀ ਇੰਡਸਟਰੀਅਲਿਸਟ ਵਾਸਤੇ, ਵਪਾਰੀਆਂ ਵਾਸਤੇ ਠੰਡੀ ਹੋਈ ਰਹੇਗੀ, ਕਿਉਂਕਿ ਰॉ ਮਟੀਰੀਅਲ ਆ ਨਹੀਂ ਰਿਹਾ, ਫੈਕਟਰੀਆਂ ਦੇ ਯੂਨਿਟ ਬੰਦ ਹੋਣ ਦੇ ਤਗਾਤ ਤੇ ਬੈਠੇ ਨੇ, ਕਿਉਂਕਿ ਟ੍ਰੇਨਾਂ ਹਜੇ ਤੱਕ ਨਹੀਂ ਚੱਲ ਰਹੀਆਂ। ਟ੍ਰੇਨਾਂ ਦੇ ਰਾਹੀਂ ਹੀ ਮਾਲ ਆਉਣਾ ਪੰਜਾਬ ਦੇ ਵਿੱਚ। ਜੇਕਰ ਬਾਈ ਰੋਡ ਮਾਲ ਆਉਂਦਾ ਤਾਂ ਉਸ ਦੀ ਕਾਸਟ ਬਹੁਤ ਵੱਧ ਪੈਂਦੀ ਹੈ ਵਪਾਰੀ ਨੂੰ। ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦੇ ਵਿੱਚ ਮੁੜ ਟ੍ਰੇਨਾਂ ਕਦੋਂ ਬਹਾਲ ਹੋਣਗੀਆਂ ਤੇ ਵਪਾਰੀ ਜਿਹੜਾ ਪਹਿਲਾਂ ਹੀ ਏਡੀ ਮਾਰ ਝੇਲ ਰਿਹਾ ਸੀ, ਜਿਹਨੇ ਪਹਿਲਾਂ ਕਰੋਨਾ ਦੀ ਮਾਰ ਝੇਲੀ, ਉਸ ਤੋਂ ਬਾਅਦ ਹੋਰ ਸਰਕਾਰੀ ਨੀਤੀਆਂ ਦੀ ਮਾਰ ਝੇਲੀ, ਤਾਂ ਹੁਣ ਇੱਧਰ ਰॉ ਮਟੀਰੀਅਲ ਦੀ ਵੀ ਮਾਰ ਝੇਲ ਰਿਹਾ। ਤਾਂ ਆਉਣ ਵਾਲੇ ਸਮੇਂ ਜੇ ਟ੍ਰੇਨਾਂ ਨਹੀਂ ਵੀ ਚੱਲੀਆਂ ਤਾਂ ਬਿਜਲੀ ਦੀ ਵੀ ਮਾਰ ਉਹਨੂੰ, ਵਪਾਰੀ ਨੂੰ ਜਿਹੜੀ ਆ ਝੇਲਣੀ ਪਏਗੀ। ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਵਪਾਰੀਆਂ ਦਾ ਅੱਗੇ ਕੀ ਬਣੇਗਾ। ਤਾਂ ਵਧੇਰੇ ਅਪਡੇਟਸ ਸੀ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ, ਲੁਧਿਆਣਾ ਟਾਈਮਜ਼। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।